Hello, good morning, students. Students, we will continue with our lesson 5 Principles of Inheritance and Variation. आज ਅਸੀਂ ਆਪਣਾ ਟੌਪਿਕ ਲਵਾਂਗੇ genetic disorders. Students, genetic disorders ਜਿਹੜੇ ਆ they may be grouped into two categories. ਇਹ ਮੈਂ students ਟੇਬਲ ਬਣਾਇਆ ਹੋਇਆ ਹੈ, ਇਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਏਗਾ ਔਰ ਤੁਸੀਂ ਆਪਣੀ ਕਾਪੀਜ਼ ਦੇ ਵਿੱਚ ਇਹ ਟੇਬਲ ਜਿਹੜਾ ਹੈਗਾ ਉਹ ਨੋਟ ਡਾਊਨ ਕਰ ਲਓ. Students, genetic disorders they may be grouped into two categories: Mendelian disorders and chromosomal disorders. Mendelian disorders ਜਿਹੜੇ ਹੈਗੇ ਉਹ ਅੱਗੇ ਫਿਰ ਉਹਨਾਂ ਨੂੰ ਦੋ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਗਿਆ: autosomal Mendelian disorders and sex-linked Mendelian disorders. Autosomal disorders ਦੀਆਂ examples ਹੈ sickle cell anemia, phenylketonuria and thalassemia. ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ. ਉਸ ਤੋਂ ਬਾਅਦ sex linked Mendelian disorders ਦੇ examples ਹੈ hemophilia and color blindness. ਉਸ ਤੋਂ ਬਾਅਦ second group of genetic disorders are chromosomal disorders. ਉਹਨਾਂ ਨੂੰ ਅੱਗੇ two categories ਦੇ ਵਿੱਚ divide ਕੀਤਾ: autosomal disorders and sex linked disorders. Autosomal disorders the example ਹੈ Down syndrome and sex linked disorders the example ਹੈ Klinefelter syndrome and Turner syndrome. ਹੁਣ ਸਟੂਡੈਂਟਸ ਸਭ ਤੋਂ ਪਹਿਲਾਂ ਅਸੀਂ ਮੈਂਡੇਲੀਅਨ ਡਿਸਆਰਡਰਸ ਜਿਹੜੇ ਆ ਮੈਂਡੇਲੀਅਨ ਡਿਸਆਰਡਰਸ ਆਰ ਡਿਊ ਟੂ ਜੀਨ ਮਿਊਟੇਸ਼ਨ. ਦੇ ਆਰ ਆਲਸੋ ਜੀਨ ਮਿਊਟੇਸ਼ਨ ਮਤਲਬ ਪੁਆਇੰਟ ਮਿਊਟੇਸ਼ਨ ਜਿਹਦੇ ਬਾਰੇ ਅਸੀਂ ਡਿਸਕਸ ਕਰ ਚੁੱਕੇ ਹੈਗੇ ਆ. ਐਂਡ ਆਟੋਜ਼ੋਮਲ ਅੱਗੇ ਮੈਂਡੇਲੀਅਨ ਡਿਸਆਰਡਰਸ ਦੋ ਕੈਟਾਗਰੀਜ਼ ਦੇ ਹੋ ਗਏ. ਆਟੋਜ਼ੋਮਲ ਡਿਸਆਰਡਰਸ ਜਿਹੜੇ ਹੈਗੇ ਆ ਦੇ ਆਰ ਡਿਊ ਟੂ ਦ ਡਿਫੈਕਟ ਇਨ ਜੀਨ ਸਿਚੁਏਟਡ ਔਨ ਦ ਆਟੋਜ਼ੋਮਸ. And sex-linked disorders ਜਿਹੜੇ ਹੈਗੇ ਆ they are due to the defective gene located on the X chromosome. ਜਿਹੜੇ sex chromosomes ਹੈ males ਦੇ ਵਿੱਚ XY and females ਵਿੱਚ XX ਹੈ ਤੇ X chromosome ਤੇ defective gene present ਹੈਗੀ ਹੈ ਤਾਂ ਉਹਦੇ ਨਾਲ sex-linked disorders ਹੁੰਦੇ ਹੈਗੇ ਆ. So students ਅਸੀਂ ਪਹਿਲਾਂ Mendelian disorders ਬਾਰੇ ਡਿਸਕਸ ਕਰਦੇ ਹਾਂ. Mendelian disorders are mainly caused by alteration or mutation in a single gene. These disorders are transmitted to the offspring and will be present since the child's birth. Child ਦੇ birth ਦੇ ਸਮੇਂ ਤੋਂ ਹੀ child ਦੇ ਵਿੱਚ ਇਹ ਜਿਹੜੇ ਹੈਗੇ Mendelian disorders ਇਹ present ਹੁੰਦੇ and they are caused due to any alteration or change in the gene, single gene, and they are calculated on the basis of the history of the family with the help of a family tree और ਪੈਡੀਗਰੀ ਐਨਾਲਿਸਿਸ ਔਰ ਫੈਮਿਲੀ ਚਾਰਟ ਜਿਹਦੇ ਬਾਰੇ ਅਸੀਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ ਫੈਮਿਲੀ ਟਰੀ ਪੈਡੀਗਰੀ ਐਨਾਲਿਸਿਸ ਦੇ ਬਾਰੇ. ਐਂਡ ਮੈਂਡੇਲੀਅਨ ਡਿਸਆਰਡਰਸ ਜਿਹੜੇ ਹੈਗੇ ਆ ਦੇ ਆਰ ਕੈਲਕੂਲੇਟਡ ਔਨ ਦ ਬੇਸਿਸ ਆਫ ਦ ਫੈਮਿਲੀ ਚਾਰਟ. ਦਿਸ ਪ੍ਰੋਸੈਸ ਆਫ ਐਨਾਲਿਸਿਸ ਇਜ਼ ਨੋਨ ਐਜ਼ ਪੈਡੀਗਰੀ ਐਨਾਲਿਸਿਸ ਔਰ ਫੈਮਿਲੀ ਟਰੀ ਔਰ ਫੈਮਿਲੀ ਚਾਰਟ. ਸਭ ਤੋਂ ਪਹਿਲਾਂ ਸਟੂਡੈਂਟਸ ਅਸੀਂ ਆਪਣਾ ਲੈਂਦੇ ਹੈਗੇ ਆ ਆਟੋਜ਼ੋਮਲ ਮੈਂਡੇਲੀਅਨ ਡਿਸਆਰਡਰ. This disorder is due to the defect in the gene situated on the autosomes. ਜਿਹੜੇ autosomes chromosomes ਹੈਗੇ ਉਹਨਾਂ ਦੇ ਵਿੱਚ ਕੋਈ defective gene ਹੈ ਤਾਂ ਉਹਦੇ ਨਾਲ ਇਹ ਵਾਲੇ disorders ਹੁੰਦੇ ਹੈਗੇ ਆ. ਸਭ ਤੋਂ ਪਹਿਲਾਂ ਅਸੀਂ ਇਹਦੀਆਂ ਤਿੰਨ ਐਗਜ਼ਾਮਪਲਸ ਹੈ sickle cell anemia, phenylketonuria and thalassemia. ਅਸੀਂ ਸਭ ਤੋਂ ਪਹਿਲਾਂ ਫਰਸਟ ਲੈਂਦੇ ਆ sickle cell anemia. sickle cell anemia ਕੀ ਆ? autosomal recessive disorder. ऑटोजोम्स ਤੇ ਇਹਦੀ ਡਿਫੈਕਟਿਵ ਜੀਨ ਪ੍ਰੈਜ਼ੈਂਟ ਹੈ ਇਸ ਕਰਕੇ ਆਟੋਜ਼ੋਮਲ ਡਿਸਆਰਡਰ ਹੋ ਗਿਆ. ਰਿਸੈਸਿਵ ਹੈ ਇਹ ਵੀ ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਹੋਇਆ. ਰਿਸੈਸਿਵ ਮੀਨਸ ਹੈ ਕਿ ਜਨਰੇਸ਼ਨ ਸਕਿਪ ਹੋ ਰਹੀ ਆ, ਹਰ ਇੱਕ ਜਨਰੇਸ਼ਨ ਦੇ ਵਿੱਚ ਇਹ ਜਿਹੜੀ ਡਿਜ਼ੀਜ਼ ਹੈਗੀ ਆ ਉਹ ਨਹੀਂ ਆਉਂਦੀ ਹੈਗੀ ਆ. ਐਂਡ ਦਿਸ ਸਿਕਲ ਸੈਲ ਅਨੀਮੀਆ ਡਿਜ਼ੀਜ਼ ਇਟ ਅਫੈਕਟਸ ਦਾ ਰੈੱਡ ਬਲੱਡ ਸੈਲਸ. ਰੈੱਡ ਬਲੱਡ ਸੈਲਸ ਜਿਹੜੇ ਹੈਗੇ ਉਹਨਾਂ ਦੀ ਨਾਰਮਲ ਸ਼ੇਪ ਕੀ ਹੁੰਦੀ ਹੈ? ਰਾਊਂਡ ਹੁੰਦੀ ਹੈ. ਪਰ ਸਿਕਲ ਸੈਲ ਅਨੀਮੀਆ ਦੇ ਵਿੱਚ ਕੀ ਹੁੰਦਾ ਆ ਕਿ ਜਿਹੜੇ ਰੈੱਡ ਬਲੱਡ ਸੈਲਸ ਹੈਗੇ ਆ ਉਹਨਾਂ ਦੀ ਸ਼ੇਪ ਜਿਹੜੀ ਉਹ ਸਿਕਲ ਸ਼ੇਪਡ ਹੋ ਜਾਂਦੀ ਹੈ. ਵੈਸੇ ਕੀ ਹੈ ਰੈੱਡ ਬਲੱਡ ਸੈਲਸ ਰਾਊਂਡ ਸ਼ੇਪ ਹੈ ਪਰ ਸਿਕਲ ਸੈਲ ਅਨੀਮੀਆ ਵਿੱਚ ਕੀ ਆ ਉਹਨਾਂ ਦੀ ਸ਼ੇਪ ਸਿਕਲ ਸ਼ੇਪ. ਸਟੂਡੈਂਟ ਸਿਕਲ ਕਿਹਨੂੰ ਕਹਿੰਦੇ? ਦਾਤੀ ਜਿਹਦੇ ਨਾਲ ਅਸੀਂ ਘਾਹ ਵਗੈਰਾ ਕੱਟਦੇ ਹੈਗੇ ਆ ਤੇ ਉਹ ਸਿਕਲ ਸ਼ੇਪਡ ਇਹਨਾਂ ਦੀ ਹੋ ਜਾਂਦੀ ਹੈਗੀ ਆ ਰੈੱਡ ਬਲੱਡ ਸੈਲਸ ਦੀ. ਤੇ ਰੈੱਡ ਬਲੱਡ ਸੈਲਸ ਦੇ ਵਿੱਚ ਕੀ ਹੁੰਦਾ? ਹੀਮੋਗਲੋਬਿਨ ਹੁੰਦਾ ਆ ਤੇ ਹੀਮੋਗਲੋਬਿਨ ਦਾ ਸਟੂਡੈਂਟਸ ਤੁਹਾਨੂੰ ਪਤਾ ਹੀ ਹੈਗਾ ਫੰਕਸ਼ਨ ਕੀ ਹੈ ਕਿ ਹੀਮੋਗਲੋਬਿਨ ਜਿਹੜਾ ਹੈਗਾ ਆ ਇਟ ਟਰਾਂਸਪੋਰਟ ਆਕਸੀਜਨ ਫਰੋਮ ਦਾ ਲੰਗਸ ਟੂ ਦਾ ਬੋਡੀ ਸੈਲਸ. ਐਂਡ ਰੈੱਡ ਬਲੱਡ ਸੈਲਸ ਆਰ ਰਾਊਂਡ ਹੈ, ਫਲੈਕਸੀਬਲ ਹੈਗੇ ਆ. ਦੇ ਕੈਨ ਟਰੈਵਲ ਫ੍ਰੀਲੀ ਥਰੂ ਦਾ ਰੈੱਡ ਬਲੱਡ ਸੈਲਸ ਦੇ ਵਿੱਚੋਂ ਦੀ ਫਲੈਕਸੀਬਲ ਹੈਗੀ ਆ, ਰਾਊਂਡ ਹੈ ਇਸ ਲਈ ਉਹ ਫ੍ਰੀਲੀ ਰੈੱਡ ਬਲੱਡ ਸੈਲਸ ਦੇ ਰੈੱਡ ਬਲੱਡ ਵੈਸਲਸ ਜਿਹੜੀਆਂ ਬਲੱਡ ਵੈਸਲਸ ਹੈਗੀਆਂ ਉਹਨਾਂ ਦੇ ਵਿੱਚੋਂ ਫ੍ਰੀਲੀ ਪਾਸ ਕਰ ਸਕਦੇ ਆ.
ਤੇ ਜਦੋਂ ਸਿਕਲ ਸੈਲ ਅਨੀਮੀਆ ਡਿਜ਼ੀਜ਼ ਹੁੰਦੀ ਹੈ ਤਾਂ ਰੈੱਡ ਬਲੱਡ ਸੈਲਸ ਜਿਹੜੀ ਉਹ ਸਿਕਲ ਸ਼ੇਪਡ ਹੋ ਜਾਂਦੀ ਹੈ ਤੇ ਉਹਨਾਂ ਦੀ ਆਕਸੀਜਨ ਕੈਰਿੰਗ ਕੈਪੈਸਿਟੀ ਜਿਹੜੀ ਹੈ ਉਹ ਰਿਡਿਊਸ ਹੋ ਜਾਂਦੀ ਹੈ। ਆਕਸੀਜਨ ਲੈ ਕੇ ਜਾਣ ਦੀ ਜਿਹੜੀ ਉਹਨਾਂ ਦੀ ਕੈਪੈਸਿਟੀ ਹੈ ਉਹ ਰਿਡਿਊਸ ਹੋ ਗਈ ਹੈ, ਡਿਕਰੀਜ਼ ਹੋ ਗਈ, ਘਟ ਗਈ ਹੈਗੀ ਹੈ। ਤੇ ਹੀਮੋਗਲੋਬਿਨ ਮੋਲੀਕਿਊਲ ਸਟੂਡੈਂਟਸ ਜਿਹੜਾ ਰੈੱਡ ਬਲੱਡ ਸੈਲਸ ਦੇ ਵਿੱਚ ਹੀਮੋਗਲੋਬਿਨ ਮੋਲੀਕਿਊਲ ਹੁੰਦਾ ਹੈਗਾ ਆ, ਉਹਦੇ ਦੋ ਪਾਰਟਸ ਹੁੰਦੇ ਹੈਗੇ ਆ, ਐਲਫਾ ਸਬ ਯੂਨਿਟ ਐਂਡ ਬੀਟਾ ਸਬ ਯੂਨਿਟ। ਜਿਹੜੇ ਹੀਮੋਗਲੋਬਿਨ ਹੈਗਾ ਪ੍ਰੈਜ਼ੈਂਟ ਇਨ ਦਾ ਰੈੱਡ ਬਲੱਡ ਸੈਲਸ, ਉਹਦੇ ਦੋ ਪਾਰਟਸ ਹੈਗੇ ਆ, ਐਲਫਾ ਸਬ ਯੂਨਿਟ ਐਂਡ ਬੀਟਾ ਸਬ ਯੂਨਿਟ। Hemoglobin molecule has two parts. It is a protein. It has two subunits, alpha subunit and beta subunit. ਤੇ ਜਿਹੜੇ ਪੇਸ਼ੈਂਟਸ ਹੈਗੇ ਜਿਨ੍ਹਾਂ ਵਿੱਚ ਸਿਕਲ ਸੈਲ ਅਨੀਮੀਆ ਨਾਂ ਦੀ ਡਿਜ਼ੀਜ਼ ਹੈਗੀ ਆ, ਉਹਨਾਂ ਦੇ ਵਿੱਚ ਜਿਹੜਾ ਕ੍ਰੋਮੋਸੋਮ ਨੰਬਰ 11 ਹੈ, ਆਟੋਸੋਮਸ ਹੈ 22 ਆਟੋਸੋਮਸ ਹੁੰਦੇ ਆ, ਉਹਨਾਂ ਵਿੱਚੋਂ ਜਿਹੜਾ 11th ਨੰਬਰ ਦਾ ਜਿਹੜੇ ਕ੍ਰੋਮੋਸੋਮ ਹੈਗਾ ਆ ਉਹਦੇ ਵਿੱਚ ਜੀਨ ਮਿਊਟੇਸ਼ਨ ਹੋ ਜਾਂਦੀ ਹੈਗੀ ਆ, ਔਰ ਉਹ ਜਿਹੜਾ 11th ਕ੍ਰੋਮੋਸੋਮ ਹੈਗਾ ਆ, ਕ੍ਰੋਮੋਸੋਮ ਨੰਬਰ 11, ਉਹਦੇ ਵਿੱਚ ਜੀਨ ਮਿਊਟੇਸ਼ਨ ਹੋ ਗਈ ਔਰ 11th ਕ੍ਰੋਮੋਸੋਮ ਜਿਹੜਾ ਹੈਗਾ ਉਹਦਾ ਕੰਮ ਕੀ ਹੈਗਾ ਆ, ਇਟ ਕੋਡਸ ਫॉर ਦਾ ਬੀਟਾ ਸਬ ਯੂਨਿਟ ਆਫ ਦਾ ਹੀਮੋਗਲੋਬਿਨ। ਹੀਮੋਗਲੋਬਿਨ ਦਾ ਜਿਹੜਾ ਬੀਟਾ ਸਬ ਯੂਨਿਟ ਹੈਗਾ ਆ ਉਹਦੇ ਲਈ ਜਿਹੜੀ 11th ਕ੍ਰੋਮੋਸੋਮ ਤੇ ਜੀਨ ਪ੍ਰੈਜ਼ੈਂਟ ਹੈਗੀ ਆ ਉਹ ਕੋਡ ਕਰਦੀ ਹੈਗੀ ਹੈ। ਤੇ ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਜਦੋਂ ਸਿਕਲ ਸੈਲ ਅਨੀਮੀਆ ਨਾਂ ਦੀ ਡਿਜ਼ੀਜ਼ ਹੋ ਗਈ ਔਰ 11th ਕ੍ਰੋਮੋਸੋਮ ਤੇ ਜਿਹੜਾ ਜੀਨ ਪ੍ਰੈਜ਼ੈਂਟ ਹੈਗਾ ਆ ਉਹਦੇ ਤੇ ਮਿਊਟੇਸ਼ਨ ਹੋ ਗਈ ਜਿਹਨੇ ਬੀਟਾ ਸਬ ਯੂਨਿਟ ਲਈ ਕੋਡ ਕਰਨਾ ਹੈ, ਤਾਂ ਉਹਦੇ ਨਾਲ ਹੀਮੋਗਲੋਬਿਨ ਮੋਲੀਕਿਊਲ ਜਿਹੜਾ ਆ ਉਹ ਇਟ ਡਸ ਨਾਟ ਫਾਰਮ ਪ੍ਰੋਪਰਲੀ, ਸਹੀ ਤਰੀਕੇ ਨਾਲ ਉਹ ਨਹੀਂ ਬਣੇਗਾ, ਜਿਹਦੇ ਨਾਲ ਰੈੱਡ ਬਲੱਡ ਸੈਲਸ ਜਿਹੜੇ ਉਹ ਰਿਜਿਡ ਹੋ ਜਾਣਗੇ। ਵੈਸੇ ਕੀ ਹੁੰਦੇ ਨਾਰਮਲ ਰੈੱਡ ਬਲੱਡ ਸੈਲਸ ਫਲੈਕਸੀਬਲ ਹੁੰਦੇ ਆ, ਉਹ ਫ੍ਰੀਲੀ ਬਲੱਡ ਵੈਸਲਸ ਦੇ ਵਿੱਚੋਂ ਪਾਸ ਹੋ ਜਾਂਦੇ ਆ, ਪਰ ਰੈੱਡ ਸਿਕਲ ਸੈਲ ਅਨੀਮੀਆ ਦੇ ਵਿੱਚ ਜਦੋਂ 11th ਕ੍ਰੋਮੋਸੋਮ ਤੇ ਜਿਹੜੀ ਜੀਨ ਪ੍ਰੈਜ਼ੈਂਟ ਹੈ ਉਹਦੇ ਵਿੱਚ ਮਿਊਟੇਸ਼ਨ ਹੋ ਗਈ ਤਾਂ ਉਹ ਬੀਟਾ ਸਬ ਯੂਨਿਟ ਲਈ ਕੋਡ ਨਹੀਂ ਕਰੇਗੀ, ਹੀਮੋਗਲੋਬਿਨ ਮੋਲੀਕਿਊਲ ਜਿਹੜਾ ਆ ਉਹਦੀ ਉਹ ਸਹੀ ਤਰੀਕੇ ਨਾਲ ਨਹੀਂ ਬਣੇਗਾ, ਜਿਹਦੇ ਨਾਲ ਰੈੱਡ ਬਲੱਡ ਸੈਲਸ ਜਿਹੜੇ ਉਹ ਰਿਜਿਡ ਹੋ ਜਾਣਗੇ, ਉਹਨਾਂ ਦੀ ਸ਼ੇਪ ਜਿਹੜੀ ਆ ਕਨਕੇਵ ਸ਼ੇਪ ਤੋਂ ਉਹਨਾਂ ਦੀ ਕੀ ਹੋ ਜਾਏਗੀ, ਸਿਕਲ ਸ਼ੇਪਡ ਹੋ ਜਾਣਗੇ। ਹੁਣ ਸਟੂਡੈਂਟਸ ਜਿਹੜੇ ਬੀਟਾ ਹੀਮੋਗਲੋਬਿਨ ਚੇਨ ਹੈਗੀ ਹੈ ਇਹਦੇ ਬਾਰੇ ਅਸੀਂ ਪਹਿਲਾਂ ਮਿਊਟੇਸ਼ਨ ਵਿੱਚ ਵੀ ਡਿਸਕਸ ਕੀਤਾ ਹੈਗਾ ਆ ਕਿ ਉਹਦੀ 6th ਪੋਜੀਸ਼ਨ ਜਿਹੜੀ ਹੁੰਦੀ ਹੈ ਉਹਦੇ ਤੇ ਗਲੂਟੈਮਿਕ ਐਸਿਡ ਹੁੰਦਾ ਆ, ਔਰ ਉਹ ਕਿਹਦੇ ਨਾਲ ਰੀਪਲੇਸ ਹੋ ਜਾਂਦਾ ਹੈ, ਵੇਲਾਈਨ ਦੇ ਨਾਲ ਰੀਪਲੇਸ ਹੋ ਜਾਂਦਾ ਹੈਗਾ ਆ। ਹੀਮੋਗਲੋਬਿਨ ਕੀ ਹੈ, ਪ੍ਰੋਟੀਨ ਹੈਗਾ, ਇਟ ਇਜ਼ ਮੇਡ ਅਪ ਆਫ ਅਮਾਈਨੋ ਐਸਿਡਸ। तो स्टूडेंट्स ਇੱਥੇ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਡਰਾ ਕਰ ਦਿੰਦੀ ਹੈਗੀ ਆ। जिस तरह ये नॉर्मल हीमोग्लोबिन है, ये 6th है पोजीशन, 1 2 3 4 5 6 एंड 7th पोजीशन। ये अमाइनो एसिड्स दी लॉन्ग पॉलीपेप्टाइड चेन है, ये नॉर्मल हीमोग्लोबिन है, ਇਹਦੀ 6th ਪੋਜੀਸ਼ਨ ਤੇ ਕੀ ਹੁੰਦਾ ਹੈ, ਗਲੂਟੈਮਿਕ ਐਸਿਡ ਹੁੰਦਾ ਹੈ, ਔਰ ਗਲੂਟੈਮਿਕ ਐਸਿਡ ਜਿਹੜਾ ਹੈਗਾ ਆ ਉਹਦੇ ਲਈ ਕੀ ਹੈਗਾ ਆ, GAG ਜਿਹੜਾ ਕੋਡਨ ਹੈਗਾ ਆ। ਤੇ ਫਿਰ ਡਿਫੈਕਟਿਵ ਸਿਕਲ ਸੈਲ ਅਨੀਮੀਆ ਜਦੋਂ ਹੋ ਗਿਆ ਤੇ S ਮੀਨ ਸਿਕਲ ਸੈਲ ਅਨੀਮੀਆ ਵਾਲੇ ਹੀਮੋਗਲੋबिन है, ਤਾਂ 6th ਪੋਜੀਸ਼ਨ ਤੇ ਜਿਹੜੀ ਆ ਗਲੂਟੈਮਿਕ ਐਸਿਡ ਹੈ ਉਹ ਕਿਹਦੇ ਨਾਲ ਰੀਪਲੇਸ ਹੋ ਜਾਏਗੀ, वेलाइन ਦੇ ਨਾਲ ਰੀਪਲੇਸ ਹੋ ਗਈ। ਇਹ ਜਿਹੜੀ ਹੈਗੀ ਹੈ ਇਹ ਇਟ ਇਜ਼ ਰੀਪਲੇਸਡ ਬਾਈ T, ਤਾਂ ਕੀ वेलाइन ਦਾ ਆ ਜਾਏਗਾ ਕੋਡ GTG ਆ ਜਾਏਗਾ। ਸਟੂਡੈਂਟ ਜੇ ਤੁਸੀਂ ਮੇਰਾ ਪ੍ਰੀਵੀਅਸ ਲੈਕਚਰ ਜਿਹੜਾ ਮਿਊਟੇਸ਼ਨ ਵਾਲਾ ਟੌਪਿਕ ਹੈ ਉਹ ਦੇਖੋਗੇ ਤਾਂ ਉਹਦੇ ਵਿੱਚ ਮੈਂ ਇਹ ਅੱਛੀ ਤਰੀਕੇ ਦੇ ਨਾਲ ਡਿਸਕਸ ਕੀਤਾ ਹੋਇਆ ਹੈਗਾ ਆ ਕਿ ਨਾਰਮਲ ਹੀਮੋਗਲੋबिन ਚੇਨ ਜਿਹੜੀ ਹੈਗੀ ਆ ਉਹਦੇ ਵਿੱਚ ਪੋਲੀਪੈਪਟਾਈਡ ਚੇਨ ਹੈ, 6th ਪੋਜੀਸ਼ਨ ਤੇ ਗਲੂਟੈਮਿਕ ਐਸਿਡ ਹੁੰਦਾ, ਇਟ ਇਜ਼ ਰੀਪਲੇਸਡ ਬਾਈ वेलाइन अमाइनो एसिड हैगा या ਜਿਹਦੇ ਨਾਲ ਕੀ ਹੈਗਾ ਆ ਕਿ ਹੀਮੋਗਲੋबिन ਡਿਫੈਕਟਿਵ ਹੋ ਜਾਏਗਾ, ਰੈੱਡ ਬਲੱਡ ਸੈਲਸ ਜਿਹੜੇ ਹੈਗੇ ਆ ਉਹ ਸਿਕਲ ਸ਼ੇਪਡ ਹੋ ਜਾਣਗੇ ਤੇ ਉਹਨਾਂ ਦੀ ਆਕਸੀਜਨ ਕੈਰਿੰਗ ਕੈਪੈਸਿਟੀ ਜਿਹੜੀ ਹੈ ਉਹ ਰਿਡਿਊਸ ਹੋ ਜਾਏਗੀ ਤੇ ਪਰਸਨ ਜਿਹੜਾ ਹੈਗਾ ਆ ਇਟ ਸਫਰਸ ਫਰੋਮ ਅਨੀਮੀਆ ਡਿਊ ਟੂ ਡਿਕਰੀਜ਼ਡ ਆਕਸੀਜਨ ਕੈਪੈਸਿਟੀ। ਸੋ ਸਟੂਡੈਂਟ ਦਿਸ ਇਜ਼ ਆਲ ਅਬਾਊਟ ਦ ਸਿਕਲ ਸੈਲ ਅਨੀਮੀਆ ਡਿਜ਼ੀਜ਼। ਹੁਣ ਅਸੀਂ ਆਪਣੀ ਸੈਕੰਡ ਡਿਜ਼ੀਜ਼ ਲੈਂਦੇ ਹੈਗੇ ਆ ਫਿਨਾਈਲ ਕੀਟੋਨੂਰੀਆ।
ਸੈਕੰਡ ਇਜ਼ ਫਿਨਾਈਲ ਕੀਟੋਨੂਰੀਆ ਡਿਜ਼ੀਜ਼ ਹੈਗੀ ਹੈ। ਇਹਦੇ ਵਿੱਚ ਕੀ ਹੁੰਦਾ ਆ, ਇਟ ਇਜ਼ ਇਨਬੋਰਨ ਮੈਟਾਬੋਲਿਕ ਡਿਸਆਰਡਰ ਹੈਗਾ ਆ, ਔਰ ਇਟ ਇਜ਼ ਆਲਸੋ ਆਟੋਜ਼ੋਮਲ ਰਿਸੈਸਿਵ ਡਿਸਆਰਡਰ। ਆਟੋਜ਼ੋਮਸ क्रोमोसोम्स ਤੇ ਡਿਫੈਕਟਿਵ ਜੀਨ ਪ੍ਰੈਜ਼ੈਂਟ ਹੈਗੀ ਹੈ ਤੇ ਇਹ ਰਿਸੈਸਿਵ ਹੈ, ਮਤਲਬ ਹਰ ਇੱਕ ਜਨਰੇਸ਼ਨ ਵਿੱਚ ਇਹ ਐਕਸਪ੍ਰੈਸ ਨਹੀਂ ਹੁੰਦਾ, ਜਨਰੇਸ਼ਨ ਗੈਪ ਆਉਂਦਾ। ਇਟ ਇਜ਼ ਆਟੋਜ਼ੋਮਲ ਰਿਸੈਸਿਵ ਡਿਸਆਰਡਰ ਹੈਗਾ ਆ। ਔਰ ਜਿਹੜੇ ਅਫੈਕਟਡ ਪਰਸਨ ਆ ਜਿਹਨੂੰ ਫਿਨਾਈਲ ਕੀਟੋਨੂਰੀਆ ਡਿਜ਼ੀਜ਼ ਹੈਗੀ ਆ, ਉਹਦੇ ਵਿੱਚ ਇੱਕ ਐਂਜ਼ਾਈਮ ਜਿਹੜਾ ਹੈਗਾ ਆ ਉਹ ਪ੍ਰੈਜ਼ੈਂਟ ਨਹੀਂ ਹੁੰਦਾ, ਜਿਹੜਾ ਅਮਾਈਨੋ ਐਸਿਡ ਫਿਨਾਈਲ ਐਲਾਨੀਨ ਨੂੰ ਟਾਇਰੋਸਿਨ ਵਿੱਚ ਕਨਵਰਟ ਕਰਦਾ ਹੈ। ਫਿਨਾਈਲ ਐਲਾਨੀਨ ਅਮਾਈਨੋ ਐਸਿਡ ਆਇਆ, ਉਹਨੂੰ ਟਾਇਰੋਸਿਨ ਦੇ ਵਿੱਚ ਕਿਹੜਾ ਐਂਜ਼ਾਈਮ ਕਨਵਰਟ ਕਰਦਾ ਹੈਗਾ ਆ, ਉਸ ਐਂਜ਼ਾਈਮ ਦਾ ਨਾਮ ਹੈਗਾ ਆ ਫਿਨਾਈਲ ਐਲਾਨੀਨ ਹਾਈਡਰੋਕਸੀਲੇਜ਼। ਸੋ ਸਟੂਡੈਂਟਸ, ਫਿਨਾਈਲ ਐਲਾਨੀਨ ਅਮਾਈਨੋ ਐਸਿਡ ਨੂੰ ਟਾਇਰੋਸਿਨ ਦੇ ਵਿੱਚ ਫਿਨਾਈਲ ਐਲਾਨੀਨ ਹਾਈਡਰੋਕਸੀਲੇਜ਼ ਐਂਜ਼ਾਈਮ ਕਨਵਰਟ ਕਰਦਾ ਆ। ਪਰ ਜਿਸ ਇੰਡੀਵਿਜੂਅਲ ਨੂੰ ਫਿਨਾਈਲ ਕੀਟੋਨੂਰੀਆ ਨਾਂ ਦੀ ਡਿਜ਼ੀਜ਼ ਹੁੰਦੀ ਹੈ, ਉਹਦੇ ਵਿੱਚ ਫਿਨਾਈਲ ਐਲਾਨੀਨ ਹਾਈਡਰੋਕਸੀਲੇਜ਼ ਐਂਜ਼ਾਈਮ ਜਿਹੜਾ ਆ ਉਹ ਐਬਸੈਂਟ ਹੁੰਦਾ ਆ, ਜਿਸ ਕਰਕੇ ਫਿਨਾਈਲ ਐਲਾਨੀਨ ਅਮਾਈਨੋ ਐਸਿਡ ਹੈ ਉਹ ਟਾਇਰੋਸਿਨ ਦੇ ਵਿੱਚ ਕਨਵਰਟ ਨਹੀਂ ਹੁੰਦਾ, ਉਹ ਬੋਡੀ ਵਿੱਚ ਕਮੂਲੇਟ ਹੁੰਦਾ ਰਹਿੰਦਾ ਆ। ਜਿਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਜਦੋਂ ਇਹ ਕਮੂਲੇਟ ਹੁੰਦਾ ਰਹਿੰਦਾ ਆ ਤੇ ਉਹ ਫਿਨਾਈਲ ਪਾਇਰੂਵਿਕ ਐਸਿਡ, ਫਿਨਾਈਲ ਐਲਾਨੀਨ ਜਦੋਂ ਟਾਇਰੋਸਿਨ ਵਿੱਚ ਕਨਵਰਟ ਨਹੀਂ ਹੋਇਆ ਡਿਊ ਟੂ ਲੈਕ ਆਫ ਫਿਨਾਈਲ ਐਲਾਨੀਨ ਹਾਈਡਰੋਕਸੀਲੇਜ਼ ਐਂਜ਼ਾਈਮ, ਤਾਂ ਫਿਨਾਈਲ ਐਲਾਨੀਨ ਜਿਹੜਾ ਆ ਉਹ ਬੋਡੀ ਵਿੱਚ ਫਿਨਾਈਲ ਪਾਇਰੂਵਿਕ ਐਸਿਡ ਦੇ ਫਾਰਮ ਦੇ ਵਿੱਚ ਉਹ ਬੋਡੀ ਵਿੱਚ ਕਮੂਲੇਟ ਹੁੰਦਾ ਰਹਿੰਦਾ ਆ, ਜਿਹਦੇ ਨਾਲ ਕੀ ਹੁੰਦਾ ਆ ਕਿ ਬ੍ਰੇਨ ਔਰ ਬ੍ਰੇਨ ਸੈਲਸ ਡੈਮੇਜ ਹੋ ਜਾਂਦੇ ਹੈਗੇ ਹੈ ਤੇ ਉਹਦੇ ਨਾਲ ਜਿਹੜਾ ਪਰਸਨ ਹੈਗਾ ਇਟ ਸਫਰਸ ਫਰੋਮ ਮੈਂਟਲ ਰਿਟਾਰਡੇਸ਼ਨ। ਔਰ ਫਿਰ ਕੀ ਹੁੰਦਾ ਹੈਗਾ ਆ ਕਿ ਉਹ ਯੂਰਿਨ ਵਿੱਚ ਐਕਸਕ੍ਰੀਟ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਆ, ਕਿਉਂਕਿ ਕਿਡਨੀਜ਼ ਜਿਹੜੀਆਂ ਹੈਗੀਆਂ ਆ ਉਹ ਉਹਨੂੰ ਸਹੀ ਤਰੀਕੇ ਨਾਲ ਐਬਜ਼ੌਰਬ ਨਹੀਂ ਕਰ ਸਕਦੀਆਂ। ਸੋ ਸਟੂਡੈਂਟਸ, ਦਿਸ ਇਜ਼ ਆਲ ਅਬਾਊਟ ਫਿਨਾਈਲ ਕੀਟੋਨੂਰੀਆ ਡਿਜ਼ੀਜ਼ ਹੈ, ਜਿਹੜੀ ਆਟੋਜ਼ੋਮਲ ਰਿਸੈਸਿਵ ਡਿਸਆਰਡਰ ਹੈਗੀ ਹੈ। ਜਿਸ ਪਰਸਨ ਦੇ ਵਿੱਚ ਇਹ ਡਿਸਆਰਡਰ ਹੁੰਦਾ ਆ, ਉਹਦੀ ਬੋਡੀ ਦੇ ਵਿੱਚ ਕੀ ਹੁੰਦਾ ਹੈ ਕਿ ਫਿਨਾਈਲ ਐਲਾਨੀਨ ਹਾਈਡਰੋਕਸੀਲੇਜ਼ ਐਂਜ਼ਾਈਮ ਜਿਹੜਾ ਐਬਸੈਂਟ ਹੁੰਦਾ ਹੈ, ਜਿਸ ਕਰਕੇ ਫਿਨਾਈਲ ਐਲਾਨੀਨ ਅਮਾਈਨੋ ਐਸਿਡ ਟਾਇਰੋਸਿਨ ਵਿੱਚ ਕਨਵਰਟ ਨਹੀਂ ਹੁੰਦਾ, ਉਹ ਬੋਡੀ ਵਿੱਚ ਕਮੂਲੇਟ ਹੁੰਦਾ ਰਹਿੰਦਾ ਆ ਤੇ ਉਹਦੇ ਨਾਲ ਉਹ ਫਿਨਾਈਲ ਪਾਇਰੂਵਿਕ ਐਸਿਡ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਜਦੋਂ ਬੋਡੀ ਵਿੱਚ ਕਮੂਲੇਟ ਹੁੰਦਾ ਰਿਹਾ ਤੇ ਫਿਨਾਈਲ ਪਾਇਰੂਵਿਕ ਐਸਿਡ ਵਿੱਚ ਕਨਵਰਟ ਹੋ ਗਿਆ, ਜਿਹਦੇ ਨਾਲ ਕੀ ਹੈ ਬ੍ਰੇਨ ਔਰ ਬ੍ਰੇਨ ਸੈਲਸ ਡੈਮੇਜ ਹੋ ਜਾਂਦੇ ਆ ਤੇ ਪਰਸਨ ਸਫਰਸ ਫਰੋਮ ਮੈਂਟਲ ਰਿਟਾਰਡੇਸ਼ਨ ਤੇ ਕਿਡਨੀਜ਼ ਇਹਨੂੰ ਐਬਜ਼ੌਰਬ ਨਹੀਂ ਕਰ ਪਾਉਂਦੀਆਂ, ਜਿਸ ਕਰਕੇ ਫਿਰ ਇਹ ਯੂਰਿਨ ਵਿੱਚ ਐਕਸਕ੍ਰੀਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਸਟੂਡੈਂਟਸ, ਉਸ ਤੋਂ ਬਾਅਦ ਅਸੀਂ ਨੈਕਸਟ ਡਿਸਆਰਡਰ ਲੈਂਦੇ ਹਾਂ ਥੈਲੇਸੀਮੀਆ। So students, our next autosomal disorder is thalassemia. Students, thalassemia disorder ਕੀ ਹੈਗਾ ਆ? It is inherited blood disorder ਹੈਗਾ ਆ। ਇਹਦੇ ਵਿੱਚ ਹੀਮੋਗਲੋबिन ਜਿਹੜੀ ਆ ਡਿਫੈਕਟਿਵ ਹੋ ਜਾਂਦੀ ਹੈ, ਜਿਸ ਕਰਕੇ ਬੋਡੀ ਜਿਹੜੀ ਆ ਐਬਨੋਰਮਲ ਫਾਰਮ ਆਫ ਹੀਮੋਗਲੋबिन ਪ੍ਰੋਡਿਊਸ ਕਰਦੀ ਹੈਗੀ ਹੈ, ਔਰ this is due to single gene mutation. Normal ਅਸੀਂ ਹੀਮੋਗਲੋबिन ਡਿਸਕਸ ਕੀਤਾ ਸੀ, ਇਟ ਇਜ਼ ਮੇਡ ਅਪ ਆਫ ਐਲਫਾ ਐਂਡ ਬੀਟਾ ਸਬ ਯੂਨਿਟਸ। ਤੇ ਇਸ ਡਿਸਆਰਡਰ ਵਿੱਚ ਕੀ ਹੁੰਦਾ ਹੈਗਾ ਆ ਕਿ ਐਕਸੈਸਿਵ ਡਿਸਟਰਕਸ਼ਨ ਆਫ ਰੈੱਡ ਬਲੱਡ ਸੈਲਸ ਦੀ ਬਹੁਤ ਜ਼ਿਆਦਾ ਡਿਸਟਰਕਸ਼ਨ ਹੋ ਜਾਂਦੀ ਆ ਤੇ ਰੈੱਡ ਬਲੱਡ ਸੈਲਸ ਦੇ ਵਿੱਚ ਹੀਮੋਗਲੋबिन ਹੈ, ਡਿਫੈਕਟਿਵ ਹੀਮੋਗਲੋबिन ਕਰਕੇ ਰੈੱਡ ਬਲੱਡ ਸੈਲਸ ਦੀ ਡਿਸਟਰਕਸ਼ਨ ਹੋ ਗਈ, ਜਿਸ ਕਰਕੇ ਕੀ ਹੋਇਆ ਕਿ ਅਨੀਮੀਆ ਜਿਹੜਾ ਹੈਗਾ ਆ, ਅਨੀਮੀਆ ਮੀਨਸ ਬਹੁਤ ਜ਼ਿਆਦਾ ਬਲੱਡ ਜਿਹੜਾ ਹੈਗਾ ਆ ਉਹਦੀ ਕਮੀ ਹੋ ਜਾਂਦੀ ਹੈ। Two types of thalassemia ਹੁੰਦਾ ਹੈਗਾ ਆ। Thalassemia disorder is of two types, alpha thalassemia and beta thalassemia. Thalassemia disorder blood disorder ਹੈਗਾ, ਇਹਦੇ ਵਿੱਚ red blood cells ਦੀ destruction ਹੋ ਜਾਂਦੀ ਹੈ, ਜਿਸ ਕਰਕੇ ਅਨੀਮੀਆ ਹੁੰਦਾ ਹੈ। and thalassemia is of two types, alpha thalassemia and beta thalassemia. ਐਲਫਾ ਥੈਲੇਸੀਮੀਆ ਦੇ ਵਿੱਚ ਕੀ ਹੁੰਦਾ ਹੈਗਾ ਆ
कि एल्फा चेन जी हीमोग्लोबिन एल्फा चेन हैगी वो प्रॉपरली नहीं बनती हैगी है और बीटा चेन जी हैगी है वो बीटा चेन जी बनती एल्फा थैलेसीमिया डिसऑर्डर दी स्टूडेंट्स मैं गल कर रही हूं एल्फा डिसऑर्डर दे विच की हुंदा है कि एल्फा चेन ऑफ हीमोग्लोबिन नहीं बनती बीटा चेन ऑफ हीमोग्लोबिन बनती रहती है और वो एकमुलेट इकट्ठी होना शुरू हो जाती है ते बीटा थैलेसीमिया विच की हुंदा है कि बीटा चेन जिहड़ी हैगी है वो नहीं बनती एल्फा चेन बनती रहती है और वो एकमुलेट होंदी रहती है सो ये जिहड़ा थैलेसीमिया स्टूडेंट्स डिसऑर्डर है दिस इज क्वांटिटेटिव प्रॉब्लम हैगी है सो ਇਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਅਬਨੋਰਮਲ ਹੀਮੋਗਲੋबिन बनेगा रेड ब्लड सेल्स डिस्ट्रॉय होना शुरू हो जाते हैं एंड इट लीड्स टू अनीमिया सीवियर अनीमिया बहुत ज्यादा अनीमिया हो जाता है और थैलेसीमिया के स्टूडेंट्स ये सिम्पटम्स की है तुसी नोट डाउन कर सकते हो लैक ऑफ हीमोग्लोबिन है फर्स्ट सिम्पटम इट कॉजेज सीवियर अनीमिया सैकेंड है जॉन्डस है क्योंकि रेड ब्लड सेल्स डिस्ट्रक्ट हो जाते हैं डिस्ट्रॉय हो जाते हैं एंड थर्ड इज ग्रोथ फेलियर ग्रोथ नहीं होंगी परसन की जिहड़ा इफेक्टेड इंडिविजुअल है थैलेसीमिया दे नाल और फोर्थ सिम्पटम इज डायरिया एंड फिफ्थ सिम्पटम हैगा या डिले ग्रोथ एंड पुबर्टी एंड सिक्स्थ सिम्पटम हैगा या आयरन ओवरलोड अमाउंट ऑफ आयरन जिहड़ा हैगा या वो ब्लड दे विच बहुत ज्यादा वध जांदा है सो स्टूडेंट्स ये जिहड़ा थैलेसीमिया डिसऑर्डर हैगा इहदे विच की हुंदा वैसे की है कि रेड ब्लड सेल्स इस तरह राउंड शेप है नॉर्मल पर ਇਹਦੇ ਵਿੱਚ ਥੈਲੇਸੀਮੀਆ ਦੇ ਵਿੱਚ ਕੀ ਹੁੰਦੇ ਉਹ ਇਸ ਤਰ੍ਹਾਂ ਮੈਲ ਫਾਰਮਡ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਜਿਹੜੇ ਰੈੱਡ ਬਲੱਡ ਸੈਲਸ ਹੈ ਉਹਨਾਂ ਦੀ ਸ਼ੇਪ ਇਸ ਤਰ੍ਹਾਂ ਦੀ ਮੈਲ ਫਾਰਮਡ ਮਤਲਬ ਚੇਂਜ ਹੋ ਜਾਂਦੀ ਹੈ ਉਹਨਾਂ ਦੀ ਸ਼ੇਪ ਸੋ ਸਟੂਡੈਂਟਸ ਦਿਸ ਇਜ਼ ਆਲ ਅਬਾਊਟ ਦਾ ਆਟੋਸੋਮਲ ਮੈਂਡੇਲੀਅਨ डिसऑर्डर्स सिकल सेल एनीमिया फिनाइलकीटोनुरिया एंड थैलेसीमिया से डिस्कस कर लिया नाउ वी विल डिस्कस अबाउट द सेक्स लिंक्ड मैंडेलियन डिसऑर्डर्स ਇਹਦੇ ਵਿੱਚ ਅਸੀਂ ਦੋ ਹੈਗੇ ਆ ਇਹਦੀਆਂ ਐਗਜ਼ਾਮਪਲਸ ਲਿਖੀਆਂ ਹੋਈਆਂ ਹੈਗੀਆਂ ਆ ਫਸਟ ਅਸੀਂ ਡਿਸਕਸ ਕਰਾਂਗੇ ਹੀਮੋਫੀਲੀਆ ਸਟੂਡੈਂਟਸ ਹੀਮੋਫੀਲੀਆ ਕੀ ਆ ਐਕਸ ਲਿੰਕਡ ਰਿਸੈਸਿਵ ਡਿਸਆਰਡਰ ਹੈਗਾ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਜਿਹੜੇ ਸੈਕਸ ਲਿੰਕ ਡਿਸਆਰਡਰਸ ਹੈਗੇ ਆ ਉਹ ਐਕਸ ਕ੍ਰੋਮੋਸੋਮ ਤੇ डिफेक्टिव जीन प्रेजेंट होंदी है जिस करके हुंदे हैगे आ एंड मेल की जे असीं गल करिए मेल विच दूसरा वाई है क्रोमोसोम पर एक्स क्रोमोसोम ते डिफेक्टिव जीन प्रेजेंट हैगी है एंड फीमेल्स विच एक्स एक्स दोनों ही क्रोमोसोम्स हुंदे हैगे आ सो सेक्स लिंक डिसऑर्डर्स आर ड्यू टू द डिफेक्टिव जीन प्रेजेंट ऑन द एक्स क्रोमोसोम है क्योंकि एक्स क्रोमोसोम लार्जर इन साइज है वाई दे कोल मिनिमम नंबर ऑफ जीन्स हुंदियां ਤੇ ਇਹ ਰਿਸੈਸਿਵ ਡਿਸਆਰਡਰ ਹੈਗਾ ਆ ਕਿਉਂਕਿ X ਜਿਹੜਾ ਕ੍ਰੋਮੋਸੋਮ ਹੈਗਾ ਹੈ ਇਹ ਰਿਸੈਸਿਵ ਹੁੰਦਾ ਹੈ ਸੋ ਸਟੂਡੈਂਟਸ ਹੀਮੋਫੀਲੀਆ ਇਜ਼ X ਲਿੰਕਡ ਰਿਸੈਸਿਵ ਡਿਸਆਰਡਰ ਹੈ ਹੈਰੀਡਿਟਰੀ ਜੈਨੇਟਿਕ ਡਿਸਆਰਡਰ ਹੈਗਾ ਆ ਔਰ ਇਹਦੇ ਵਿੱਚ ਕੀ ਹੁੰਦਾ ਹੀਮੋਫੀਲੀਆ ਡਿਸਆਰਡਰ ਦੇ ਵਿੱਚ ਬਲੱਡ ਜਿਹੜਾ ਹੈ ਡਸ ਨਾਟ ਕਲੌਟ ਕੋਐਗੂਲੇਟ ਨਹੀਂ ਹੁੰਦਾ ਜਿੱਦਾਂ ਸਟੂਡੈਂਟਸ ਤੁਸੀਂ ਦੇਖਿਆ ਹੈ ਕਿ ਸਾਡੇ ਕਈ ਵਾਰ ਸੱਟ ਲੱਗ ਜਾਵੇ ਥੋੜੀ ਦੇਰ ਉੱਥੋਂ ਜਿਹੜਾ ਬਲੱਡ ਹੈਗਾ ਆ ਉਹ ਨਿਕਲਦਾ ਹੈ ਖੂਨ ਵਗਦਾ ਹੈ ਉਸ ਤੋਂ ਬਾਅਦ ਫਿਰ ਇੱਕ ਪੇਪੜੀ ਜਿਹੀ ਜੰਮ ਜਾਂਦੀ ਹੈਗੀ ਹੈ ਡਾਰਕ ਜੇ ਕਲਰ ਦੀ ਉਹਦੇ ਨਾਲ ਕੀ ਹੁੰਦਾ ਹੈ ਕਿ ਹੋਰ ਬਲੱਡ ਜਿਹੜਾ ਹੈ ਉਸ ਜ਼ਖਮ ਦੇ ਵਿੱਚੋਂ ਦੀ ਨਹੀਂ ਨਿਕਲਦਾ ਉਹ ਜਿਹੜੀ ਪੇਪੜੀ ਜੰਮਦੀ ਹੈਗੀ ਆ ਦੈਟ ਇਜ਼ ਨੋਨ ਐਜ਼ ਕਲੌਟ ਉਹ ਐਕਸੈਸਿਵ ਬਲੱਡ ਨੂੰ ਦਾ ਲਾਸ ਕਰਨ ਤੋਂ ਰੋਕਦੀ ਹੈਗੀ ਹੈ ਤੇ ਇਹ ਹੀਮੋਫੀਲੀਆ ਡਿਸਆਰਡਰ ਦੇ ਵਿੱਚ ਕੀ ਹੁੰਦਾ ਹੈ ਕਿ ਬਲੱਡ ਕਲੌਟ ਨਹੀਂ ਹੁੰਦਾ ਆ ਤੇ ਜੇ ਥੋੜਾ ਜਿਹਾ ਵੀ ਕੋਈ ਜ਼ਖਮ ਹੋ ਜਾਵੇ ਬਲੱਡ ਵੈਸਲ ਬ੍ਰੋਕਨ ਹੋ ਜਾਵੇ ਤਾਂ ਬਲੱਡ ਜਿਹੜਾ ਹੈਗਾ ਆ ਬਲੀਡਿੰਗ ਡਸ ਨਾਟ ਸਟਾਪ ਖੂਨ ਵਗਦਾ ਰਹਿੰਦਾ ਬਲੀਡਿੰਗ ਨਹੀਂ ਸਟਾਪ ਹੁੰਦੀ ਹੈ ਤੇ ਇਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਜਿਹੜੀ ਕੈਰੀਅਰ ਫੀਮੇਲ ਹੈਗੀ ਟ੍ਰਾਂਸਮਿਟਡ ਦਿਸ ਡਿਜ਼ੀਜ਼ ਟੂ ਦਾ ਸਨ ਸਟੂਡੈਂਟਸ ਅਸੀਂ ਪਹਿਲਾਂ ਆਪਣੇ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ ਕ੍ਰਿਸ ਕ੍ਰਾਸ ਪੈਟਰਨ ਆਫ ਇਨਹੈਰੀਟੈਂਸ ਕਿ ਜਿਹੜੀ ਫੀਮੇਲ ਹੈਗੀ ਹੈ ਮਦਰ ਹੈਗੀ ਹੈ ਉਹ ਡਿਜ਼ੀਜ਼ ਸਨ ਨੂੰ ਟ੍ਰਾਂਸਫਰ ਕਰਦੀ ਹੈਗੀ ਹੈ ਤੇ ਜਿਹੜਾ ਫਾਦਰ ਹੈਗਾ ਆ ਉਹ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਡਾਟਰ ਨੂੰ ਟ੍ਰਾਂਸਫਰ ਕਰਦਾ ਹੈ ਸੋ ਸਟੂਡੈਂਟਸ ਇਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਨਾਲ ਤੁਹਾਨੂੰ ਮੈਂ ਇੱਥੇ ਥੋੜਾ ਜਿਹਾ ਸ਼ੋ ਕਰ ਦਿੰਦੀ ਹਾਂ ਤੁਹਾਨੂੰ ਇਸ ਤਰ੍ਹਾਂ ਦੇ ਸਟੂਡੈਂਟਸ ਕੁਐਸਚਨ ਆ ਜਾਂਦੇ ਹੈ ਹੁਣ ਜੇ ਅਸੀਂ ਗੱਲ ਕਰੀਏ ਅਸੀਂ ਹੀਮੋਫਿਲਿਕ ਡਿਸਆਰਡਰ ਦੀ ਗੱਲ ਕਰ ਰਹੇ ਹੈਗੇ ਆ ਕਿ ਜਿਹੜੀ ਨਾਰਮਲ
फीमेल है। नॉर्मल फीमेल द जीनोटाइप है XX। हीमोफिलिक फीमेल है ओदा जीनोटाइप की होएगा बोथ एक्स क्रोमोसोम्स ते हीमोफिलिक डिफेक्टिव जीन प्रेजेंट है। ते जे फीमेल कैरियर हैगी है, कैरियर फीमेल है, ताकि असी लिखांगे इस तरह की एक क्रोमोसोम ते ही असी एच लिखांगे डिफेक्टिव जीन ऑफ हीमोफीलिया, ये कैरियर फीमेल है। इसी तरह ही स्टूडेंट्स मैं इन्हों रॉबी कर देनी है। इसी तरह ही स्टूडेंट्स नॉर्मल मेल दी जीनोटाइप की होगी और हीमोफिलिक मेल दी जीनोटाइप असी की लिखांगे ए, क्योंकि मेल दे विच एक ही एक्स क्रोमोसोम हैगा, उसदे जे हीमोफिलिक डिजीज वाली डिफेक्टिव जीन प्रेजेंट हैगी है तो मेल की है वो हीमोफिलिक है, वो डिजीज है। ते स्टूडेंट्स तुहानू इसी तरह ही क्वेश्चंस आ जाते हैं कि हीमोफिलिक कैरियर वुमेन है, इट मैरीज अ नॉर्मल मैन। वुमेन की है हीमोफिलिक हैगी है, कैरियर हैगी है हीमोफिलिक एंड वो नॉर्मल मैन दे नाल ओदी मैरिज हुई है। ठीक है स्टूडेंट्स, पेरेंट वुमेन की है फीमेल, कैरियर है ता ओदा जीनोटाइप ए लिखांगे। इट मैरीज अ नॉर्मल मेल, मेल नॉर्मल है, उन्होंने कोई डिजीज नहीं है, ओदा जीनोटाइप ए है। ते इन्हां दे गैमीट्स केड़े प्रोड्यूस होए, हैविंग दीज। ते जदों असी एदा पुनेट स्क्वायर दे नाल एदा शो कीता तां ऑफस्प्रिंग्स की बनणगे, ये दोनों गैमीट्स असी इस साइड लिख ले और ये वाले गैमीट्स असी इस साइड लिख ले। तो स्टूडेंट्स तुसी देखो कि ये जड़े ऑफस्प्रिंग्स हैगे हैं वो प्रोड्यूस होए बाय द मीटिंग ऑफ कैरियर फीमेल, हीमोफिलिक फीमेल, कैरियर हीमोफिलिक फीमेल एंड नॉर्मल मेल। ये होए तक की बनया कैरियर डॉटर, हीमोफिलिक सन, नॉर्मल डॉटर, नॉर्मल सन। मतलब फीमेल जड़ी हैगी है वो कैरियर है ऑफ हीमोफिलिक डिजीज, ता उन्हें किनू बर्थ दिता, हीमोफिलिक सन नु। यही क्रिस क्रॉस पैटर्न विच है कि मदर डिजीज हैगी है, कैरियर है इहदे विच हीमोफिलिक, ते उन्हें डिजीज किनू पास कीती, सन नु पास कीती। सो स्टूडेंट्स ये तुहानू इहदे नाल क्लीयर हो गया होएगा। फिर उस तो बाद अगला आ गया कि किन्ने तरह दा हीमोफीलिया हुंदा है। हीमोफीलिया जिहड़ा हैगा आ इट इज ऑफ टू टाइप्स। जिहड़ी हीमोफीलिया डिजीज हैगी है ये दो तरह की हुंदी है, हीमोफीलिया ए एंड हीमोफीलिया बी। हीमोफीलिया ए जिहड़ी है इट इज ड्यू टू द स्टूडेंट्स, पहला तुसी ये ध्यान विच रखो कि क्लॉटिंग फैक्टर्स जिहड़े हैगे है 13 हुंदे है। क्लॉटिंग फैक्टर्स की हैगी आ ब्लड दे विच हैगे प्रोटीन्स 13 तरह दे हुंदे हैं। उन्हां दे विचों हीमोफीलिया ए जिहड़ा हैगा डिजीज ओदे विच की हुंदा है, इट इज ड्यू टू द डेफिशिएंसी ऑफ क्लॉटिंग फैक्टर 8। क्लॉटिंग फैक्टर 8 दी डेफिशिएंसी हो जाए तो हीमोफीलिया ए ना दी डिजीज होती है एंड इट इज मोस्ट कॉमन फॉर्म ऑफ डिसऑर्डर प्रेजेंट इन द मेल्स। और हीमोफीलिया डिजीज जड़ी हैगी है इट इज ड्यू टू द डेफिशिएंसी ऑफ क्लॉटिंग फैक्टर 9। क्लॉटिंग फैक्टर 9 दी डेफिशिएंसी दे नाल जिहड़ा हैगा यार ये वाली हीमोफीलिया बी ना दी डिजीज हुंदी है एंड इट इज लेस कॉमन। सो स्टूडेंट्स ब्लड दे विच मैं तुहानू हुणी डिस्कस करता ही है कि ब्लड दे विच 13 तरह के क्लॉटिंग फैक्टर्स हुंदे हैं।
ਔਰ ਹੀਮੋਫੀਲੀਆ ਡਿਜ਼ੀਜ਼ ਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਬਲੱਡ ਹੈਗਾ ਉਹ ਕਲੌਟ ਨਹੀਂ ਹੁੰਦਾ, ਬਲੀਡਿੰਗ ਕੰਟੀਨਿਊਸ ਹੁੰਦੀ ਹੈ, ਕੋਈ ਸੱਟ ਲੱਗ ਗਈ ਹੈ ਤੇ ਇਹਦੇ ਨਾਲ ਐਕਸੈਸਿਵ ਲਾਸ ਆਫ ਬਲੱਡ ਹੋ ਜਾਂਦਾ ਹੈ। ਹੀਮੋਫੀਲੀਆ is two types, hemophilia A and hemophilia B. Hemophilia A is due to the deficiency of clotting factor A8 and hemophilia B is due to the deficiency of clotting factor 9. A hemophilia A ਜਿਹੜਾ ਹੈ it is more common disease in males and hemophilia B ਜਿਹੜਾ ਹੈ it is less common. ਬਾਕੀ ਸਟੂਡੈਂਟਸ ਤੁਹਾਨੂੰ ਆਪਾਂ ਡਿਸਕਸ ਕਰ ਹੀ ਲਿਆ ਸੀਗਾ ਇੱਕ ਐਗਜ਼ਾਮਪਲ ਦੇ ਨਾਲ ਕਿ ਜੇ ਕੈਰੀਅਰ ਹੀਮੋਫਿਲਿਕ ਫੀਮੇਲ ਹੈਗੀ ਹੈ ਔਰ ਨਾਰਮਲ ਮੇਲ ਹੈਗਾ ਆ ਤਾਂ ਉਹਨਾਂ ਦੇ ਆਫਸਪ੍ਰਿੰਗਸ ਜਿਹੜੇ ਹੈਗੇ ਉਹ ਕਿਹੜੇ ਹੋਣਗੇ, ਤਾਂ ਉਹਦੇ ਵਿੱਚ ਡਿਸਕਸ ਕੀਤਾ ਹੀ ਸੀਗਾ ਕਿ ਕੈਰੀਅਰ ਹੀਮੋਫਿਲਿਕ ਮਦਰ ਹੈਗੀ ਹੈ ਤਾਂ ਉਹ ਕਿਹਨੂੰ ਪਾਸ ਕਰ ਰਹੀ ਹੈਗੀ ਹੈ ਡਿਜ਼ੀਜ਼ ਸਾਨੂੰ। ਇਸੇ ਤਰ੍ਹਾਂ ਹੀ ਸਟੂਡੈਂਟਸ ਅਸੀਂ ਇੱਕ ਹੋਰ ਐਗਜ਼ਾਮਪਲ ਜਿਹੜੀ ਆ ਉਹ ਡਿਸਕਸ ਕਰ ਲੈਂਦੇ ਹੈਗੇ ਆ ਕਿ ਹੀਮੋਫਿਲਿਕ ਫਾਦਰ ਹੈ, ਫਾਦਰ ਹੁਣ ਹੀਮੋਫਿਲਿਕ ਹੈ ਤਾਂ ਉਹਦਾ ਜੀਨੋਟਾइप ਕੀ ਹੋ ਗਿਆ A और मदर की है, मदर नॉर्मल है, मदर च कोई डिजीज नहीं है, मदर नॉर्मल है, ਉਹਦਾ जीनोटाइप ए हो गया। फादर हीमोफिलिक में हैगा या और गैमीट्स ए वाले प्रोड्यूस होए और पुनेट्स केयर ਦੇ ਨਾਲ ਤੁਸੀਂ ਸ਼ੋ ਕਰ ਸਕਦੇ ਹੋ ਕਿ ਫਿਰ ਆਫਸਪ੍ਰਿੰਗਸ ਜਿਹੜੇ ਹੈਗੇ ਆ ਉਹ ਕਿਹੜੇ ਪ੍ਰੋਡਿਊਸ ਹੋਣਗੇ। ਇਹ ਦੋਨੋਂ ਗੈਮੀਟਸ ਤੁਸੀਂ ਇਸ ਸਾਈਡ ਲਿਖ ਲਓ, ਇਹ ਦੋਨੋਂ ਗੈਮੀਟਸ ਇਸ ਸਾਈਡ ਲਿਖ ਲਓ। ਇਹਨਾਂ ਦੋਨਾਂ ਗੈਮੀਟਸ ਦੀ ਫਿਊਜ਼ਨ ਦੇ ਨਾਲ ਇਹ ਬਣਿਆ, ਇਹਨਾਂ ਦੋਨਾਂ ਗੈਮੀਟਸ ਦੀ ਫਿਊਜ਼ਨ ਦੇ ਨਾਲ ਇਹ ਬਣਿਆ ਔਰ ਇਹਨਾਂ ਗੈਮੀਟਸ ਦੀ ਫਿਊਜ਼ਨ ਦੇ ਨਾਲ ਇਹ, ਯਾਨੀ ਕਿ ਦੋ ਹੁਣ ਫਾਦਰ ਹੀਮੋਫਿਲਿਕ ਹੈ ਤੇ ਉਹਨੇ ਪਾਸ ਔਨ ਕਿਹਦੇ ਚ ਡਿਜ਼ੀਜ਼ ਕੀਤੀ, ਡਾਟਰਸ ਦੇ ਵਿੱਚ। ਡਾਟਰਸ ਜਿਹੜੀਆਂ ਆ ਉਹ ਕੈਰੀਅਰ ਹੈ ਤੇ ਸਮ ਜਿਹੜੇ ਹੈਗੇ ਆ ਉਹ ਨਾਰਮਲ ਹੈਗੇ ਆ। ਸੋ ਇਹ ਕ੍ਰਿਸ ਕ੍ਰੋਸ ਪੈਟਰਨ ਹੈ। ਮੈਂ ਤੁਹਾਨੂੰ ਦੋ ਐਗਜ਼ਾਮਪਲਸ ਦੇ ਨਾਲ डिस्क्राइब कर दिता कि जे मदर कैरियर हीमोफिलिक हैगी तो सन विच पास कर रही है डिजीज, ते जे फादर हीमोफिलिक हैगा या ते ओ डॉटर्स दे विच ओ डिजीज पास कर रहा हैगा या। सो स्टूडेंट दिस इज ऑल अबाउट द हीमोफिलिया डिजीज। सो असी नैक्सट डिस्कस कर लेंदे हां कलर ब्लाइंडनेस डिजीज। हुण कलर ब्लाइंडनेस डिजीज जिहड़ी आ ओहदे विच की हुंदा आ कि जेड़े परसन नूं ये डिजीज हुंदी हैगी है वो की करदा हैगा आ कि ही और शी कांट डिस्टिंग्विश बिटवीन द प्राइमरी कलर्स। वो कलर्स दे विच डिस्टिंग्विश जेड़ा है वो नहीं कर सकता हैगा आ। मीन्स दैट ही और शी हैव ट्रबल सीइंग रेड ग्रीन और ब्लू कलर और मिक्स ऑफ द कलर। वो रेड ग्रीन ब्लू कलर्स दे विच उन्हों देखण दे विच प्रॉब्लम आउंदी है एंड इट इज सेक्स लिंक्ड रिसेसिव डिजीज है। ये सैक्स लिंक्ड रिसेसिव डिजीज हैगी है, मतलब ये हर एक जनरेशन दे विच ये डिजीज जिहड़ी हैगी वो एक्सप्रेस नहीं हुंदी। कलर ब्लाइंडनेस डिजीज इज सेक्स लिंक्ड रिसेसिव डिजीज है और इट इज आल्सो नोन एज कलर विजन प्रॉब्लम। हुण स्टूडेंट्स यदि असी जे जीनोटाइप्स इसी तरह ही ड्रॉ करिए कि नॉर्मल मेल है ते जे कलर ब्लाइंड मेल है तो ओदा जीनोटाइप की आएगा नॉर्मल फीमेल। जिस तरह असी पहला हीमोफिलिक दे भी डिस्कस किते सी, नॉर्मल फीमेल है ओदा जीनोटाइप ए है। कलर ब्लाइंड फीमेल है तो ओदे जीनोटाइप की आएंगे ये। और जे कैरियर है, कैरियर कलर ब्लाइंड फीमेल है तो ओदा की आएगा जीनोटाइप ए। सो स्टूडेंट्स हुण इसी तरह ही असी एक एग्जांपल लेके ये वाली कलर ब्लाइंड दी डिजीज डिस्कस कर लेंदे हां कि एक कलर ब्लाइंड मैन है, मैरीज अ कैरियर वूमन। मैन जेड़ा या मेल है वो कलर ब्लाइंड है, उन्होंने डिजीज है, इट मैरीज अ कैरियर कलर ब्लाइंड वूमेन। द केड़ियां फाइंड द टाइप्स ऑफ प्रोजेनी प्रोड्यूस, द केड़ी प्रोजेनी केड़े ऑफस्प्रिंग्स प्रोड्यूस होंगे। हुन पेरेंट मेल की है, मेल कलर ब्लाइंड है एंड ही मैरीज अ कैरियर कलर ब्लाइंड वूमेन। ता मेल कलर ब्लाइंड है
ਤਾਂ ਉਹਦੀ ਜੀਨੋਟਾਈਪ ਇਹ ਆ ਗਿਆ, ਕੈਰੀਅਰ ਹੈ ਵੂਮਨ ਤਾਂ ਉਹਦਾ ਜੀਨੋਟਾਈਪ ਕੀ ਆ ਗਿਆ, ਇਹ ਆ ਗਿਆ। ਔਰ ਇਹਨਾਂ ਦੇ ਗੈਮੀਟਸ ਕੀ ਪ੍ਰੋਡਿਊਸ ਹੋਏ, ਪ੍ਰੋਜਨੀ ਕੀ बनेगी, ऑफस्प्रिंग्स ਅਸੀਂ ਗੈਮੀਟਸ ਇਸ ਸਾਈਡ ਲਿਖ ਲੈ और ਇਹਨਾਂ ਦੋਨਾਂ ਦੇ ਕੰਬੀਨੇਸ਼ਨ ਦੇ ਨਾਲ ਇਹ ਪ੍ਰੋਜਨੀ ਬਣੀ, ਇਹ ਪ੍ਰੋਜਨੀ ਬਣੀ this one और ਇਹਦੇ ਕੰਬੀਨੇਸ਼ਨ ਦੇ ਨਾਲ ਇਹ, यानी कि कैरियर फीमेल, कलर ब्लाइंड फीमेल, नॉर्मल सन, कलर ब्लाइंड सन, एक कैरियर डॉटर बनी, एक कलर ब्लाइंड डॉटर, एक नॉर्मल सन ते एक कलर ब्लाइंड सन। 50 ਜਿਹੜੇ ਹੈਗੇ ਆ ਉਹ ਡਿਜ਼ੀਜ਼ਡ ਹੈਗੇ ਆ, ਇੱਕ ਕੈਰੀਅਰ ਹੈ 25% ਕੈਰੀਅਰ ਹੈ ਤੇ 25% ਜਿਹੜਾ ਆ ਇਹ ਨਾਰਮਲ ਹੋ ਗਿਆ। So gene responsible for color blindness disease is present on the X chromosomes. Males are more effective, females ਜਿਹੜੀਆਂ they are basically carriers and there is 50% chance of mother passing this disease to the son. For male to be color blind his X chromosome should have defective gene ਤੇ ਅਸੀਂ ਡਿਸਕਸ ਕਰ ਹੀ ਚੁੱਕੇ ਹਾਂ ਮੇਲ ਕੋਲ 21 X chromosome ਹੈ, ਮੇਲ ਕਦੀ ਵੀ ਕੈਰੀਅਰਸ ਨਹੀਂ ਹੁੰਦੇ, 21 X chromosome ਹੋਣ ਕਰਕੇ ਉਹ ਡਿਜ਼ੀਜ਼ਡ ਹੀ ਹੋਏਗਾ ਤੇ ਫੀਮੇਲ ਕੋਲ 2 X chromosomes ਹੈ। ਜੇ ਫੀਮੇਲ ਦੇ ਇੱਕ X chromosome ਤੇ ਡਿਫੈਕਟਿਵ ਜੀਨ ਪ੍ਰੈਜ਼ੈਂਟ ਹੈ ਤਾਂ ਦੂਸਰਾ X chromosome ਉਹਨੂੰ ਕੰਪਨਸੇਟ ਕਰ ਦਿੰਦਾ ਹੈ ਤੇ ਜੇ ਦੋਨੋਂ X chromosomes ਦੇ ਉੱਤੇ ਡਿਫੈਕਟਿਵ ਜੀਨ ਫॉर द ਕਲਰ ਬਲਾਈਂਡਨੈਸ ਡਿਜ਼ੀਜ਼ ਪ੍ਰੈਜ਼ੈਂਟ ਹੈਗੀ ਆ ਤਾਂ ਫੀਮੇਲ ਜਿਹੜੀ ਕੀ ਹੋਏਗੀ ਉਹ ਡਿਜ਼ੀਜ਼ਡ ਹੋਏਗੀ, ਸ਼ੀ ਇਜ਼ color blind. So student this is all about the Mendelian disorders ਅਸੀਂ ਡਿਸਕਸ ਕਰ ਲਏ ਹੈਗੇ ਆ ਆਟੋਸੋਮਲ ਐਂਡ ਸੈਕਸ ਲਿੰਕ। ਆਈ ਹੋਪ ਤੁਹਾਨੂੰ ਇਹ ਲੈਕਚਰ ਜਿਹੜਾ ਆ ਉਹ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ ਸੋ ਮਚ ਸਟੂਡੈਂਟਸ।